का खालसा वाहिगुरू जी की फतेह। जिवें जी ਅਸੀਂ ਸਾਂਝ ਕਰ ਰਹੇ ਹਾਂ ਪਿਛਲੇ ਕੁਝ ਐਪੀਸੋਡਸ ਤੋਂ ਅਤੇ ਇਹਦਾ ਸੀਕੁਅਲ ਐਪੀਸੋਡ ਹੈ ਰਾਮਕਲੀ ਸਦ ਦੀ ਪੌੜੀਆਂ ਦੀ ਵਿਚਾਰ ਅਸੀਂ ਇੱਕ ਇੱਕ ਕਰਕੇ ਸਰਵਣ ਕਰ ਰਹੇ ਹਾਂ। ਭੈਣ ਜੀ ਬੀਬੀ ਮਨਦੀਪ ਕੌਰ ਜੀ ਫਰੋਮ ਦੁਬਈ, ਭੈਣ ਜੀ ਸਾਨੂੰ ਇੱਕ ਇੱਕ ਪੌੜੀ ਦੇ ਥਰੂ ਲੈ ਕੇ ਚੱਲ ਰਹੇ ਆ, ਉਹਦੇ ਭਾਵ ਅਰਥ, ਉਹਦਾ ਮੂਲ, ਸਾਡੀ ਜੀਵਨ ਸ਼ੈਲੀ 'ਚ ਉਹਦਾ ਰੋਲ, ਉਹਦਾ ਕੀ ਮਹੱਤਵ ਹੈ ਤੇ ਸਾਨੂੰ ਉਸ ਨੂੰ ਫੋਲੋ ਕਿਵੇਂ ਕਰਨਾ ਹੈ, ਉਹ ਅਸੀਂ ਸਾਂਝ ਕਰ ਰਹੇ ਹਾਂ ਜੀ ਇੱਕ ਇੱਕ ਵੋਲਿਊਮ ਲੈ ਕੇ। ਤੇ ਅੱਜ ਅਸੀਂ ਦੋ ਪੌੜੀਆਂ ਦੀ ਵਿਚਾਰ ਕਰਨੀ ਹੈ, ਪੌੜੀ 3 ਤੇ ਪੌੜੀ 4। ਤੇ ਜਿਵੇਂ ਭੈਣ ਜੀ ਨੇ ਸਾਨੂੰ ਦੱਸਿਆ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 923 ਨੰਬਰ ਅੰਗ ਤੇ ਸਵਾਇਮਾਨ ਹੈ। ਤੇ ਤੀਸਰੀ ਪੌੜੀ ਮੇਰੇ ਸਿੱਖ ਸੁਣੋ ਪੁੱਤ ਪਾਇਓ, ਤੇ ਚੌਥੀ ਪੌੜੀ ਸਤਿਗੁਰ ਪਾਣੇ ਆਪਣੇ ਵਿਚਾਰ। ਇਹ ਦੋ ਪੌੜੀਆਂ ਦੀ ਸਾਂਝ ਅਸੀਂ ਭੈਣ ਜੀ ਕੋਲੋਂ ਸਮਝਾਂਗੇ, ਵਿਚਾਰਾਂਗੇ ਅਤੇ ਆਪਣੇ ਜੀਵਨ ਵਿੱਚ ਉਤਾਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਭੈਣ ਜੀ ਓਵਰ ਟੂ ਯੂ। ਅਸੀਂ ਕਲਾਸ ਨੂੰ ਆਰੰਭ ਕਰਦੇ ਹਾਂ, ਸਟਾਰਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਪਾਣਾ ਆਓ ਮੈਂ ਪਾਸ ਜਿਓ। ਹਰ ਪਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਸਾਬਾਸ ਜਿਓ। ਭਗਤ ਸਤਗੁਰ ਪੁਰਖ ਸੋਈ, ਜਿਸ ਹਰ ਪ੍ਰਭ ਪਾਣਾ ਭਾਵੇ। ਆਨੰਦ ਅਨਹਦ ਵਜੈ ਵਾਜੇ, ਹਰ ਆਪ ਗਲ ਮੇ ਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸਿਓ। ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸਿਓ। ਸਤਿਗੁਰ ਭਾਣੇ ਆਪਣੇ, ਬਹਿ ਪਰਵਾਰ ਸਦਾਇਆ। ਮਤ ਮੈਂ ਪਿੱਛੇ ਕੋਈ ਰੋਵਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੇ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰ ਪਹਿਨਾਵੇ। ਸਤਿਗੁਰ ਪਰਤਖ ਹੁੰਦੇ, ਬਹਿ ਰਾਜ ਆਪ ਟਿਕਾਇਆ। ਸਭ ਸਿੱਖ ਬੰਦਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਸਤਿਗੁਰ ਪਰਤਖ ਹੁੰਦੇ, ਬਹਿ ਰਾਜ ਆਪ ਟਿਕਾਇਆ। ਸਭ ਸਿੱਖ ਬੰਦਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 923 24 ਅੰਕ ਤੇ ਰਾਮਕਲੀ ਸਦ ਬਾਣੀ ਬਾਬਾ ਸੁੰਦਰ ਜੀ ਦੀ ਕਲਮ ਬੰਦ ਕੀਤੀ ਹੋਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ, ਤਿਨਾਂ ਦੀਆਂ ਇਹ ਹਦਾਇਤਾਂ ਜਿਹੜੀਆਂ ਆਪਾਂ ਸਾਰੇ ਰਲ ਮਿਲ ਕੇ ਵਿਚਾਰ ਕਰ ਰਹੇ ਹਾਂ। ਅੱਜ ਉਸ ਸੰਖੇਪ ਬਾਣੀ ਦੇ ਵਿੱਚੋਂ, ਕਿਉਂਕਿ ਟੋਟਲ ਇਹਦੀਆਂ 6 ਪੌੜੀਆਂ ਨੇ, ਪਹਿਲੀਆਂ 2 ਪੌੜੀਆਂ ਆਪਾਂ ਰਲ ਮਿਲ ਕੇ ਵਿਚਾਰ ਕਰ ਚੁੱਕੇ ਹਾਂ, ਤੇ ਅੱਜ ਆਪਾਂ ਇਸ ਦੀ 3 ਨੰਬਰ ਤੇ 4 ਨੰਬਰ ਜਿਹੜੀ ਪੌੜੀ ਆ, ਇਹ ਦੋਨੋਂ ਸ਼ਬਦਾਂ ਦੀ ਵਿਚਾਰ ਸਾਰੇ ਆਪਾਂ ਰਲ ਮਿਲ ਕੇ ਸਾਂਝੀ ਕਰਾਂਗੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਨੇ ਆਖਰੀ ਟਾਈਮ ਜਿਹੜੀਆਂ ਹਦਾਇਤਾਂ ਦਿੱਤੀਆਂ ਨੇ, ਜੋ ਸਾਨੂੰ ਉਪਦੇਸ਼ ਦਿੱਤਾ ਹੈ ਕਿ ਕਿਵੇਂ ਅਸੀਂ ਕਰਮ ਕਾਂਡ ਛੱਡਣੇ ਨੇ
ਤੇ ਕਿਸੇ ਵੀ ਭਰਮ ਦੇ ਵਿੱਚ ਨਹੀਂ ਪੈਣਾ। ਜਦੋਂ ਕੋਈ ਇਨਸਾਨ ਚੜ੍ਹਾਈ ਕਰ ਜਾਵੇ, ਉਹ ਜਿਹੜੀਆਂ ਹਦਾਇਤਾਂ ਨੇ ਉਹ ਸਿੱਖ ਮਰਿਆਦਾ ਦਾ ਇੱਕ ਅਨਿੱਖੜਵਾਂ ਅੰਗ ਬਣ ਗਈ। ਉਹ ਵੱਖਰੀ ਗੱਲ ਹੈ ਕਿ ਅਸੀਂ ਇਹਨਾਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਨਹੀਂ, ਤੇ ਜੇ ਪੜ੍ਹਿਆ ਹੈ ਤੇ ਇਹਨੂੰ ਸਮਝਿਆ ਨਹੀਂ, ਇਹਨੂੰ ਆਪਣੇ ਆਪ ਤੇ ਆਪਣੇ ਘਰਾਂ ਪਰਿਵਾਰਾਂ ਦੇ ਉੱਤੇ ਅਸੀਂ ਲਾਗੂ ਨਹੀਂ ਕੀਤਾ, ਉਹ ਗੱਲ ਇੱਕ ਵੱਖਰੀ। ਪਰ ਇਹ ਜਿਹੜੀਆਂ ਹਦਾਇਤਾਂ ਨੇ ਇਹ ਇੱਕ ਅਨਿੱਖੜਵਾਂ ਅੰਗ ਨੇ ਸਿੱਖ ਮਰਿਆਦਾ ਦਾ। ਤੇ ਇਹ ਸਾਨੂੰ ਸਾਰਿਆਂ ਨੂੰ ਅਸੀਂ ਇੱਥੋਂ ਤੱਕ ਨਹੀਂ ਸੀਮਤ ਰੱਖਣਾ ਕਿ ਸਿਰਫ ਜਦੋਂ ਆਖਰੀ ਸਮੇਂ ਅਸੀਂ ਕਹਿ ਦਿੰਦੇ ਹਾਂ ਜੀ ਅੰਤਮ ਅਰਦਾਸ, ਅਰਦਾਸ ਕਦੇ ਵੀ ਅੰਤਮ ਨਹੀਂ ਹੋਇਆ ਕਰਦੀ। ਇਹ ਗੱਲ ਯਾਦ ਰੱਖਣ ਵਾਲੀ। ਜਿਹੜੀ ਉਹ ਅਰਦਾਸ ਜਿਸ ਵੇਲੇ ਅਸੀਂ ਕਰਦੇ ਹਾਂ ਜਦੋਂ ਪ੍ਰਾਣੀ ਚਲਾ ਜਾਂਦਾ ਹੈ, ਤੇ ਉਸ ਵੇਲੇ ਅਸੀਂ ਜਦੋਂ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਰੱਖਦੇ ਹਾਂ ਤੇ ਸਾਡੇ 'ਚ ਮਰਿਆਦਾ ਬਣ ਗਈ ਜੀ ਰਾਮ ਕਲੀ ਸਦ ਜਿਹੜੀ ਆ ਨਾਲ ਜ਼ਰੂਰ ਪੜ੍ਹੀ ਜਾਵੇ। ਜੇ ਮੈਂ ਹੋਰ ਖੁੱਲੇ ਸ਼ਬਦਾਂ ਦੇ ਵਿੱਚ ਆਖਾਂ ਤਾਂ ਅਸੀਂ ਇਹ ਗੱਲ ਬਣਾ ਲਈ ਵੀ ਰਾਮ ਕਲੀ ਸਦ ਅਲਾਣੀਆਂ, ਇਹ ਜਿਹੜੀਆਂ ਬਾਣੀਆਂ ਨੇ ਜੀ ਇਹ ਮਰਨ ਵੇਲੇ ਪੜ੍ਹਨੀਆਂ। ਅਸੀਂ ਇੱਥੋਂ ਤੱਕ ਜਿਹੜੀ ਆਪਣੇ ਦਿਮਾਗਾਂ ਦੇ ਹਿਸਾਬ ਨਾਲ, ਕਿਉਂਕਿ ਸਾਡੀ ਸੋਚ ਹੀ ਇੰਨੀ ਕਾ, ਅਸੀਂ ਇੱਥੋਂ ਤੱਕ ਇਹ ਗੱਲ ਜਿਹੜੀ ਆ ਉਹ ਬਣਾ ਲਈ। ਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦੀ ਜੀਵਨ ਸ਼ੈਲੀ ਇੰਨੀ ਜ਼ਿਆਦਾ ਮਹਾਨ ਹੈ ਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣਾ ਜਿਹੜਾ ਜੀਵਨ ਆ, ਆਪਣੀ ਜ਼ਿੰਦਗੀ ਆ ਜਿਹੜੀ ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ, ਉਹਦੇ ਭਾਣੇ ਦੇ ਵਿੱਚ ਗੁਜ਼ਾਰੀ ਆ। ਤੇ ਜਿੰਨੇ ਵੀ ਸਾਨੂੰ ਉਪਦੇਸ਼ ਦਿੱਤੇ ਆ, ਅੱਜ ਵੀ ਅਸੀਂ ਐਗਜ਼ਾਮਪਲ ਦੇਣੀ ਹੋਵੇ ਵੀ ਸਿੱਖ ਕੌਣ ਆ, ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਸ਼ਬਦ ਜਿਹੜਾ ਹੈ ਉਹ ਪਹਿਲੋਂ ਜਿਹੜਾ ਦਿਮਾਗਾਂ ਦੇ ਵਿੱਚ ਆਉਂਦਾ ਹੈ ਵੀ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ। ਕਿ ਜਿਹੜਾ ਗੁਰੂ ਦੀ ਰਜ਼ਾ ਨੂੰ, ਜਿਹੜਾ ਗੁਰੂ ਦੇ ਹਰ ਹੁਕਮ ਨੂੰ ਖਿੜੇ ਮੱਥੇ ਮੰਨਦਾ ਹੈ, ਅਸਲ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਉਹ। ਧੰਨ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਵੀ ਇਸ ਤਰ੍ਹਾਂ ਹੈ। ਤੇ ਜਿਹੜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 35 ਮਹਾਂਪੁਰਖ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਹਾਂ, ਜਿਨ੍ਹਾਂ ਅੱਗੇ ਅਸੀਂ ਨਤਮਸਤਕ ਹੁੰਦੇ ਹਾਂ, ਉਹਨਾਂ ਨੇ ਵੀ ਸਾਰੀ ਗੁਰਬਾਣੀ ਦੇ ਵਿੱਚ ਕੁਦਰਤੀ ਵਰਤਾਰੇ ਦੀ ਜਿਹੜੀ ਗੱਲ ਆ ਉਹ ਥਾਂ ਥਾਂ ਤੇ ਕੀਤੀ ਹੈ ਕਿ ਹਰ ਪਾਸੇ ਜਿਹੜਾ ਵਰਤਾਰਾ ਹੈ ਇਹ ਕੁਦਰਤ ਦਾ ਵਰਤ ਰਿਹਾ ਹੈ। ਹੁਕਮ ਆ, ਭਾਣਾ ਹੈ, ਰਜ਼ਾ ਹੈ, ਨਿਜ਼ਮ ਆ, ਧਰਮ ਆ, ਇਹ ਸਾਰੇ ਪਾਸੇ ਇੱਕੋ ਜਿਹਾ ਵਰਤ ਰਿਹਾ ਹੈ। ਤੇ ਜਿਹੜੀ ਸਾਜਨਾ ਹੈ, ਜਿਹੜੀ ਕੁਦਰਤ ਦੀ ਸਾਜਨਾ ਹੋਈ ਆ, ਕਾਦਰ ਨੇ ਕੀਤੀ, ਅਸੀਂ ਵੀ ਉਸ ਸਾਜਨਾ ਦਾ ਇੱਕ ਹਿੱਸਾ ਹੈ। ਅਸੀਂ ਵੀ ਉਸ ਸਾਜੀ ਗਈ ਕੁਦਰਤ ਦੇ ਵਿੱਚ ਇੱਕ ਪਾਰਟ ਆ। ਤੇ ਇਸ ਕਰਕੇ ਇੱਥੇ ਵਰਤਦੇ ਹਰ ਹੁਕਮ ਨੂੰ ਸਾਨੂੰ ਵੀ ਖਿੜੇ ਮੱਥੇ ਜਿਹੜਾ ਪ੍ਰਵਾਨ ਆ ਉਹ ਕਰਨਾ ਚਾਹੀਦਾ, ਕਿਉਂਕਿ ਹਰ ਚੀਜ਼ ਦਾ ਇੱਕ ਪ੍ਰੋਸੈਸ ਆ। ਜੇ ਅਸੀਂ ਹੁਕਮ ਦੇ ਵਿੱਚ ਹਰ ਚੀਜ਼ ਬਣੀ ਆ, ਜਾਂ ਇਹਨੂੰ ਆਪਾਂ ਹੋਰ ਸੌਖਾ ਸਮਝਣਾ ਹੋਵੇ, ਜੇ ਚੰਗਾ ਸੁਭਾਅ ਕਿਸੇ ਦਾ ਹੈ ਉਹ ਵੀ ਇੱਕ ਪ੍ਰੋਸੈਸ ਤੋਂ ਲੰਘਦਾ ਹੈ। ਜੇ ਕਿਸੇ ਦਾ ਸੁਭਾਅ ਚੰਗਾ ਨਹੀਂ ਆ, ਕੋਈ ਗੁੱਸੇਖੋਰਾ ਹੈ ਜਾਂ ਔਗਣਾ ਵਾਲਾ ਸੁਭਾਅ ਹੈ, ਉਹ ਸੁਭਾਅ ਬਣਨ ਵਾਸਤੇ ਵੀ, ਉਹ ਆਦਤਾਂ, ਉਹ ਸੰਸਕਾਰ ਬਣਨ ਵਾਸਤੇ ਵੀ ਇੱਕ ਜਿਹੜਾ ਪ੍ਰੋਸੈਸ ਆ ਉਹਦੇ ਵਿੱਚੋਂ ਲੰਘਣਾ ਪੈਂਦਾ ਹੈ। ਪਰ ਜਿਹੜਾ ਕੁਦਰਤ ਦਾ ਵਰਤਾਰਾ ਹੈ ਇਹ ਸਾਰਾ ਉਹਦਾ ਹੁਕਮ ਆ। ਅਸੀਂ ਪੜ੍ਹਦੇ ਹਾਂ ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਬੇਪਰਵਾਹ। ਉਹ ਆਪ ਨਾਥ ਆ ਤੇ ਸਾਰੀ ਜਿਹੜੀ ਸ੍ਰਿਸ਼ਟੀ ਆ ਇਹਦੀ ਰਚਨਾ, ਇਹਦਾ ਜਿਹੜਾ ਕੰਟਰੋਲ ਆ ਉਸ ਅਕਾਲ ਪੁਰਖ ਨੇ ਆਪਣੇ ਹੱਥ 'ਚ ਰੱਖਿਆ। ਹੁਣ ਜਿਹੜੀ ਘਾਲਣਾ ਹੈ ਕਿਸੇ ਵੀ ਚੀਜ਼ ਦੇ, ਜਾਂ ਕੋਈ ਵੀ ਇਨਸਾਨ ਜਦੋਂ ਕਿਸੇ ਮੰਜ਼ਿਲ ਤੇ ਪਹੁੰਚਦਾ ਹੈ ਤੇ ਉਸ ਅਸੀਂ ਸਿਰਫ ਇੰਨਾ ਦੇਖਦੇ ਹਾਂ ਕਿ ਫਲਾਣਾ ਬੰਦਾ ਫਲਾਣੀ ਮੰਜ਼ਿਲ ਤੇ ਪਹੁੰਚ ਗਿਆ, ਉਹਨੇ ਫਲਾਣੀ ਜਿਹੜੀ ਚੋਟੀ ਆ ਉਹ ਸਰ ਕਰ ਲਈ ਆ, ਫਲਾਣੀ ਮੰਜ਼ਿਲ ਜਿਹੜੀ ਆ ਉਹਨੇ ਹਾਸਲ ਕਰ ਲਈ ਹੈ। ਪਰ ਉਸ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਉਹਨੇ ਕਈ ਸਾਲ ਜਿਹੜੀ ਘਾਲਣਾ ਹੈ, ਕਈ ਸਾਲਾਂ ਦੀ ਮਿਹਨਤ ਆ, ਉਹ ਉਹਦੇ ਪਿੱਛੇ ਹੁੰਦੀ ਹੈ। ਹੁਣ ਦੇਖੋ ਨਾ, ਇੱਕ ਪਲੇਅਰ 3-4 ਮਿੰਟ ਦੀ ਉਹਦੀ ਗੇਮ ਆ, ਰੇਸ ਜਿਹੜੀ ਉਹਨੇ ਕੋਈ ਰੇਸ ਲਾਉਣੀ ਆ, 3-4 ਮਿੰਟ ਲੱਗਦੇ, ਪਰ ਉਹਨਾਂ 3-4 ਮਿੰਟਾਂ ਵਾਸਤੇ ਉਹਦੀ ਕਈ ਸਾਲਾਂ ਦੀ ਜਿਹੜੀ ਘਾਲਣਾ ਹੈ ਉਹਦੇ ਪਿੱਛੇ ਜਿਹੜੀ ਆ ਉਹ ਹੈਗੀ। ਤੇ ਜੇ ਉਹਨੇ ਉਹ ਘਾਲਣਾ ਨਾ ਘਾਲੀ ਹੋਵੇ, ਅਸੀਂ ਆਖੇ ਵੀ ਕੋਈ ਆਖੇ ਮੈਂ ਅੱਜ ਹੀ ਆਇਆ ਤੇ ਅੱਜ ਹੀ ਮੈਂ ਦੌੜ ਲਵਾਂ,
ਅੱਜ ਹੀ ਮੈਂ ਗੇਮ ਖੇਡ ਲਵਾਂ ਤੇ ਉਹ ਗੇਮ ਦੇ ਵਿੱਚ ਪਛੜ ਜਾਏਗਾ। ਇਸੇ ਤਰ੍ਹਾਂ ਸਾਡੀ ਜਿਹੜੀ ਕੀਤੀ ਹੋਈ ਕਮਾਈ ਹੈ ਸਾਰੀ ਜ਼ਿੰਦਗੀ ਦੀ, ਇਹਦਾ ਪਤਾ ਉਦੋਂ ਲੱਗਣਾ ਹੈ ਜਿਵੇਂ ਜਿਵੇਂ ਸਾਡਾ ਆਖਰੀ ਸਮਾਂ ਨਜ਼ਦੀਕ ਆਉਂਦਾ ਹੈ। ਜਦੋਂ ਆਖਰੀ ਸਮਾਂ ਨਜ਼ਦੀਕ ਆਉਂਦਾ ਜਾਂਦਾ, ਅਸੀਂ ਬੁਢਾਪੇ ਵੱਲ ਵੱਧਦੇ ਜਾਂਦੇ ਹਾਂ। ਤੇ ਜੇ ਤੇ ਅਸੀਂ ਸੁੱਚਾ ਜੀਵਨ ਜੀਵਿਆ ਹੈ, ਹੁਕਮ ਦੇ ਵਿੱਚ ਜੀਵਨ ਜੀਵਿਆ ਹੈ, ਨਿਯਮਾਂ ਮੁਤਾਬਕ ਅਸੀਂ ਜੀਵਨ ਜੀਵਿਆ ਹੈ, ਫਿਰ ਸਾਨੂੰ ਕੋਈ ਡਰ ਨਹੀਂ ਆਪਣੇ ਆਖਰੀ ਸਮੇਂ। ਫਿਰ ਸਾਨੂੰ ਪਤਾ ਹੈ ਕਿ ਇਹ ਉਹਦਾ ਭਾਣਾ ਹੈ, ਇਹ ਵਰਤਣਾ ਹੈ। ਤੇ ਜੇ ਅਸੀਂ ਕਰਮਕਾਂਡੀ ਜੀਵਨ ਜੀਵਿਆ ਹੈ, ਅਸੀਂ ਸਾਰੀ ਜ਼ਿੰਦਗੀ ਭਰਮਾਂ 'ਚ ਪਏ ਰਹੇ ਹਾਂ ਵੀ ਆਹ ਭਰਮ ਕਰ ਲਈਏ, ਆਹ ਕਰਮਕਾਂਡ ਕਰ ਲਈਏ, ਫਿਰ ਜਿਵੇਂ ਜਿਵੇਂ ਉਹ ਸਮਾਂ ਨਜ਼ਦੀਕ ਆਉਂਦਾ ਜਾਂਦਾ ਹੈ, ਸਾਡੇ ਮਨ ਦੇ ਵਿੱਚ ਜਿਹੜਾ ਡਰ ਆ ਨਾ ਉਹ ਵੱਧਦਾ ਜਾਂਦਾ ਹੈ। ਫਿਰ ਸਾਨੂੰ ਦੱਸੇ ਗਏ ਜਮਦੂਤ ਵੀ ਨਜ਼ਰ ਆਉਂਦੇ ਆ, ਕਈ ਕੁਛ ਹੀ ਸਾਨੂੰ ਨਜ਼ਰ ਆਉਂਦਾ, ਕਿਉਂਕਿ ਜੀਵਨ ਕਰਮਕਾਂਡੀ ਜੀਵਿਆ ਹੈ ਨਾ, ਇਸ ਕਰਕੇ। ਜਿਵੇਂ ਇੱਕ ਬੱਚਾ ਉਹ ਪੜ੍ਹਦਾ ਹੈ, ਸਾਰਾ ਸਾਲ ਮਿਹਨਤ ਕਰਦਾ, ਤੇ ਜਦੋਂ ਐਗਜ਼ਾਮੀਨੇਸ਼ਨ ਡੇਟ ਲੱਗ ਆ ਜਾਂਦੀ, ਐਗਜ਼ਾਮ ਆਉਂਦੇ, ਉਹਨੂੰ ਕੋਈ ਡਰ ਨਹੀਂ, ਕਿਉਂਕਿ ਉਹਨੂੰ ਪਤਾ ਮੈਂ ਪੜ੍ਹਾਈ ਕੀਤੀ ਆ ਤੇ ਐਗਜ਼ਾਮ ਆ ਗਏ, ਕੋਈ ਗੱਲ ਨਹੀਂ। ਹੁਣ ਜਿਹੜਾ ਸਾਡੇ ਵਰਗਾ ਪੜ੍ਹਿਆ ਹੀ ਨਹੀਂ, ਜਿਹਨੇ ਪੜ੍ਹਾਈ ਕੋਈ ਨਹੀਂ ਕੀਤੀ ਸਾਰਾ ਸਾਲ, ਤੇ ਉਹ ਜਦੋਂ ਜਿਵੇਂ ਐਗਜ਼ਾਮ ਨੇੜੇ ਆਉਂਦੇ ਨਾ, ਉਹਦਾ ਦਿਲ ਧੜਕਦਾ ਰਹਿੰਦਾ, ਹੌਲੀ ਹੌਲੀ ਦਿਲ ਦੀ ਧੜਕਣ ਵੱਧਦੀ ਰਹਿੰਦੀ। ਫਿਰ ਉਹ ਕਰਮ ਕਾਂਡਾਂ ਵਾਲੇ ਪਾਸੇ ਤੁਰਦਾ, ਕੋਈ ਤੁਲਸੀ ਦੇ ਪੱਤੇ ਰੱਖ ਲੈਂਦਾ, ਕੋਈ ਮੋਰ ਦੇ ਖੰਭ ਰੱਖ ਲੈਂਦਾ, ਕੋਈ ਕੁਛ ਕਰਦਾ, ਕਿਉਂਕਿ ਪੜ੍ਹੇ ਨਹੀਂ ਨਾ, ਫਿਰ ਉਹ ਕਰਮ ਕਾਂਡਾਂ ਦਾ ਸਹਾਰਾ ਲੈਂਦਾ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜੇ ਅਸੀਂ ਸੁੱਚਾ ਜੀਵਨ ਨਹੀਂ ਜੀਵਿਆ, ਅਸੀਂ ਹੁਕਮ ਅਨੁਸਾਰ ਨਹੀਂ ਜੀਵਿਆ, ਤੇ ਫਿਰ ਜਿਵੇਂ ਜਿਵੇਂ ਕੋਈ ਦੁੱਖ ਰੋਗ ਆਉਂਦਾ ਹੈ, ਬੁਢਾਪਾ ਆਉਂਦਾ ਹੈ, ਦੁੱਖ ਰੋਗ ਆਉਂਦਾ ਹੈ, ਫਿਰ ਅਸੀਂ ਕਿਸੇ ਨਾ ਕਿਸੇ ਪਾਸੇ ਕਦੀ ਸਿਰ ਤੋਂ ਨਾਰੀਅਲ ਘੁਮਾ ਕੇ ਸੁੱਟਿਆ ਹੈ, ਕਦੀ ਅਸੀਂ ਦਾਲ ਚੌਲ ਕਿਤੇ ਸਤਨਾਜਾ ਪਾਤਾ, ਕਦੀ ਕੁਛ ਕਰਤਾ। ਫਿਰ ਮਤਲਬ ਅਸੀਂ ਇਹੋ ਜਿਹੇ ਭਰਮਾਂ ਦੇ ਵਿੱਚ, ਵਹਿਮਾਂ ਦੇ ਵਿੱਚ ਪੈਂਦੇ, ਕਿਉਂਕਿ ਜ਼ਿੰਦਗੀ ਨਿਯਮ ਅਨੁਸਾਰ ਨਹੀਂ ਜੀ, ਹੁਕਮ ਅਨੁਸਾਰ ਜਿਹੜੀ ਜ਼ਿੰਦਗੀ ਆ ਉਹ ਜੀਵੀ। ਔਰ ਇਸ ਭਾਣੇ ਨੂੰ, ਇਸ ਹੁਕਮ ਨੂੰ ਅਸੀਂ ਪਿਛਲੀ ਪੌੜੀ 'ਚ ਬਹੁਤ ਚੰਗੀ ਤਰ੍ਹਾਂ ਸਮਝਿਆ ਸੀ ਵੀ ਭਾਣਾ ਕੀ ਹੈ, ਹੁਕਮ ਕੀ ਆ, ਅਸੀਂ ਬਹੁਤ ਚੰਗੀ ਤਰ੍ਹਾਂ ਉਸ ਵੇਲੇ ਅਸੀਂ ਸਮਝ ਕੇ ਆਏ ਸੀ। ਔਰ ਇੱਕ ਚੀਜ਼ ਜਿਹੜੀ ਅਸੀਂ ਰਾਮਕਲੀ ਕੀ ਵਾਰ ਦੇ ਵਿੱਚ ਸਮਝੀ ਸੀ, ਉਹਦੇ ਵਿੱਚ ਇਹ ਸੀ ਵੀ 10 ਪਾਤਸ਼ਾਹੀਆਂ ਨੇ ਜਿਹੜੀ ਅਗਲੀ ਜ਼ਿੰਮੇਵਾਰੀ ਗੁਰਤਾ ਗੱਦੀ ਦੀ ਦਿੱਤੀ ਆ, ਉਹ ਆਪਣੇ ਪੂਰੇ ਹੋਸ਼ੋ ਹਵਾਸ ਦੇ ਵਿੱਚ ਦਿੱਤੀ ਆ। ਜਿਸ ਵੇਲੇ ਆਪਾਂ ਪੜ੍ਹਿਆ ਸੀ ਸਹਿ ਟਿੱਕਾ ਦਿਤੋਸ ਜੀਵ ਦੇ, ਕਿ ਜਿਸ ਵੇਲੇ ਪੂਰੇ ਹੋਸ਼ੋ ਹਵਾਸ ਵਿੱਚ ਸੀ, ਆਪਣੇ ਚੜ੍ਹਦੀ ਕਲਾ 'ਚ ਸੀ, ਉਦੋਂ ਉਹਨਾਂ ਅਗਲੇ ਪਾਤਸ਼ਾਹ ਨੂੰ ਜ਼ਿੰਮੇਵਾਰੀ ਦੇ। ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਆਭਾਸ ਸੀ, ਇਸ ਗੱਲ ਦਾ ਪਤਾ ਸੀ ਕਿ ਮੇਰਾ ਹੁਣ ਜਿਹੜਾ ਸਮਾਂ ਹੈ ਇਹ ਆ ਗਿਆ ਹੈ, ਹੁਣ ਮੇਰਾ ਅਭੇਦ ਹੋਣ ਦਾ ਸਮਾਂ ਆ ਗਿਆ ਹੈ, ਤੇ ਉਹਨਾਂ ਉਹ ਜਿਹੜੀ ਜ਼ਿੰਮੇਵਾਰੀ ਆ ਉਹ ਅਗਲੇ ਪਾਸੇ ਦੀ। ਇੱਥੋਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਸਾਰੀ ਗੁਰਬਾਣੀ ਪੜ੍ਹਦੇ ਹਾਂ, ਜਿੱਥੇ ਅਸੀਂ ਹੋਰ ਜੀਵਨ ਯੁਕਤ ਸਮਝਦੇ ਹਾਂ, ਨਾਲ ਇਹ ਗੱਲ ਦਿਮਾਗ 'ਚ ਰੱਖਣੀ ਹੈ ਵੀ ਮਰਨ ਲਿਖਾਏ ਮੰਡਲ में आए। ਇਹ ਗੱਲ ਦਿਮਾਗ ਦੇ ਵਿੱਚ ਰੱਖਣੀ ਆ ਵੀ ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਜ਼ ਕਿਸੇ ਸਿਓ ਕੀ ਜਾਏ। ਰੋਜ਼ ਕਾਹਦਾ? ਜਿਹਦੀ ਚੀਜ਼ ਆ ਜਿਹਨੇ ਦਿੱਤੀ ਸੀ ਉਹ ਲੈ ਗਿਆ। ਇੱਥੋਂ ਪਤਾ ਲੱਗਣਾ ਹੈ ਵੀ ਸਭਨਾ ਸਾਰੇ ਵੰਝਣਾ, ਸਭ ਮੁਕਲਾਵਣ ਹਾਲ। ਤੇ ਇਹ ਬਾਣੀ ਪੜ੍ਹ ਕੇ ਸਾਨੂੰ ਸਮਝ ਲੱਗਦੀ ਆ, ਮਨ ਦੇ ਵਿੱਚ ਇੱਕ ਹੁਲਾਰਾ ਆਉਂਦਾ ਹੈ ਵੀ ਰਾਣਾ ਰਾਓ ਨਾ ਕੋ ਰਹੇ, ਰੰਗ ਨਾ ਤੁੰਗ ਫਕੀਰ, ਵੀ ਇੱਥੇ ਕੋਈ ਰਿਹਾ ਨਹੀਂ, ਇਹ ਮੌਤ ਆਖਰੀ ਸਮਾਂ, ਇਹਦਾ ਕਿਸੇ ਨਾਲ ਕੋਈ ਲਿਹਾਜ਼ ਨਹੀਂ। ਕੋਈ ਉੱਚਾ ਹੈ, ਕੋਈ ਨੀਵਾਂ ਹੈ, ਅਮੀਰ ਹੈ, ਗਰੀਬ ਆ, ਕੋਈ ਆਖੇ ਇੰਨੇ ਪੈਸੇ ਦੇ ਦੇਵਾਂ। ਇਹ ਤੇ ਹੋ ਸਕਦਾ ਵੀ ਕੋਈ ਬਿਮਾਰ ਆ ਤੇ ਉਹ ਆਖੇ ਵੀ ਕੋਈ ਗੱਲ ਨਹੀਂ, ਮੇਰੀ ਜ਼ਿੰਦਗੀ 'ਚ ਥੋੜਾ ਵਾਧਾ ਹੋ ਜਾਵੇ, ਇਲਾਜ ਉਹਦਾ ਹੋ ਜਾਵੇ। ਪਰ ਜਿਹੜੇ ਸਾਹਾਂ ਦੀ, ਜਿਹੜੇ ਸਵਾਸਾਂ ਦੀ ਮਾਲਾ ਹੈ ਜਿੰਨੀ ਹੈਗੀ ਆ, ਇਹ ਜਿਹੜਾ ਅਭੇਦ ਹੋਣ ਦਾ ਸਮਾਂ ਹੈ ਨਾ, ਇਹ ਲਿਖਿਆ ਹੈ, ਇਹ ਆਉਣਾ। ਸੋ ਇਸ ਕਰਕੇ ਜੇ ਅਸੀਂ ਜੀਵਨ ਹੁਕਮ ਨੂੰ ਸਮਝ ਕੇ ਜੀਵਿਆ ਹੈ, ਫਿਰ ਡਰ ਕੋਈ। ਤੇ ਜੇ ਅਸੀਂ ਹੁਕਮ ਨੂੰ ਨਹੀਂ ਸਮਝਿਆ, ਫਿਰ ਅਸੀਂ ਕਰਮ ਕਾਂਡਾਂ 'ਚ ਭਰਮਾਂ 'ਚ ਪਏ ਹੋਏ, ਫਿਰ ਅਸੀਂ ਥਰ ਥਰ ਕੰਬਦੇ, ਫਿਰ ਅਸੀਂ ਨਾਮ ਹੀ ਨਹੀਂ ਲੈਂਦੇ, ਫਿਰ ਅਸੀਂ ਆਹ ਨੇ ਮਰਨ ਲਿਖਾਏ ਮੰਡਲ ਮੈਂ ਇਹਨਾਂ ਨਾਲ। ਇਹ ਸ਼ਬਦ ਦੀ ਵਿਆਖਿਆ ਨਹੀਂ ਚਾਹੀਦੀ। ਕਹਿੰਦੇ ਨਹੀਂ ਜੀ ਅੱਜ ਸੰਗਰਾਂਦ ਆ, ਇਹਦੀ ਕਿਉਂ ਵਿਆਖਿਆ ਕਰਨੀ ਆ? ਅੱਜ ਤਾਂ ਏਡਾ ਸ਼ੁਭ ਦਿਨ ਆ, ਇਹਦੀ ਵਿਆਖਿਆ ਕਿਉਂ ਕਰਨੀ ਆ? ਰਹਿ ਨਾ ਪਾਵੇ ਸੁਰ ਨਰ ਦੇਵਾਂ। ਕਹਿੰਦੇ ਭਾਈ ਜੀ ਨੇ ਆ ਕਿਹੜਾ ਹੁਕਮਨਾਮਾ ਕੱਢ ਦਿੱਤਾ? ਅਲਾਣੀਆਂ 'ਚ ਕੋਈ ਹੁਕਮਨਾਮਾ ਆ ਜਾਵੇ, ਵਿਰਾਗਮਈ ਬਾਣੀਆਂ, ਅਸੀਂ ਉੱਥੇ ਹੁਣ ਗੁਰੂ ਸਾਹਿਬ ਨੂੰ ਤਾਂ ਕਹਿ ਨਹੀਂ ਸਕਦੇ ਕੁਛ ਵੀ ਤੁਸੀਂ ਕਿਉਂ ਲਿਖ ਕੇ ਗਏ। ਪਰ ਜਿਸ ਗ੍ਰੰਥੀ ਸਿੰਘ ਨੇ ਲਿਆ ਹੁੰਦਾ ਨਾ, ਉਹਦੇ ਉੱਤੇ ਥੋੜਾ ਥੋੜਾ ਗੁੱਸਾ ਜ਼ਰੂਰ ਹੁੰਦਾ, ਖਿੱਚ ਹੁੰਦੀ ਆ ਵੀ ਸਾਡੇ ਤਾਂ ਕਾਰਜ ਆ ਸੀ, ਕਿ ਹੁਕਮ ਲੈ ਲਿਆ।
ਉਹ ਸਾਡੀ ਮਾਨਸਿਕਤਾ ਇਹੋ ਜਿਹੀ ਬਣ ਗਈ ਕਿਉਂਕਿ ਅਸੀਂ ਗੁਰਬਾਣੀ ਨੂੰ ਸਮਝਿਆ, ਅਸੀਂ ਸਮਝ ਕੇ, ਅਸੀਂ ਹੁਕਮ ਨੂੰ ਸਮਝ ਕੇ ਜੀਵਿਆ। ਇਸੇ ਗੱਲ ਨੂੰ ਸਮਝਾਉਂਦੇ ਹੋਏ ਬਾਬਾ ਸੁੰਦਰ ਜੀ ਸਾਨੂੰ ਆਖਦੇ ਨੇ, ਬਾਬਾ ਸੁੰਦਰ ਜੀ ਨੇ ਆਖਿਆ, ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਆਖਦੇ ਨੇ, ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀ। ਕਹਿੰਦੇ ਗੁਰੂ ਅਮਰਦਾਸ ਜੀ ਨੇ ਆਖਿਆ, ਮੇਰੇ ਸਿੱਖੋ, ਪੁੱਤੋ, ਭਾਈਓ, ਇਹਦਾ ਮਤਲਬ ਹੈ ਮੇਰੇ ਸਾਰੇ ਸਤਸੰਗੀ ਜਨੋ, ਜਿੰਨੇ ਵੀ ਸਤਸੰਗੀ ਜਨ, ਸਾਰੇ ਸਤਸੰਗੀ ਜਨੋ ਮੇਰੇ ਕੋਲ ਆਓ, ਮੇਰੇ ਕੋਲ ਆਓ, ਕਿਉਂਕਿ ਮੇਰੇ ਪ੍ਰਭੂ ਦਾ, ਮੇਰੇ ਅਕਾਲ ਪੁਰਖ ਦਾ ਇਹ ਹੁਕਮ ਆ ਗਿਆ ਹੈ ਕਿ ਅੰਤਮ ਸਮਾਂ ਜਿਹੜਾ ਹੈ ਉਹ ਪੁੱਜ ਗਿਆ ਹੈ। ਹੁਣ ਅੰਤਮ ਸਮਾਂ ਮੇਰਾ ਆ ਗਿਆ ਹੈ। ਕਹਿਣ ਦਾ ਮਤਲਬ ਕਿ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਇਸ ਵੇਲੇ ਰੱਬ ਦੇ ਕੋਲ ਜਾ ਰਹੇ। ਹੁਣ ਇੱਥੇ ਇੱਕ ਗੱਲ ਦਿਮਾਗ 'ਚ ਆਉਂਦੀ ਕਿ ਮਰਨ ਤੋਂ ਬਾਅਦ ਰੱਬ ਦੇ ਕੋਲ ਜਾਇਆ ਜਾਂਦਾ ਹੈ, ਜਦੋਂ ਕਿ ਗੁਰਬਾਣੀ ਤਾਂ ਕਹਿੰਦੀ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਗੁਰਬਾਣੀ ਇਹ ਗੱਲ ਕਹਿੰਦੀ। ਇੱਥੇ ਇਹ ਗੱਲ ਲਿਖਣ ਦਾ ਮਤਲਬ ਇਹ ਆ ਵੀ ਕੁਝ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਨੇ ਮੁਹਾਵਰਾ ਵਾਚਕ, ਮੁਹਾਵਰਾ ਸੂਚਕ ਨੇ। ਇੱਥੇ ਮੁਹਾਵਰਾ ਵਰਤਿਆ ਜਾਂਦਾ ਜੀ ਰੱਬ ਕੋਲ ਜਾਣ ਦਾ ਸਮਾਂ ਆ ਗਿਆ, ਕਹਿਣ ਤੋਂ ਭਾਵ ਆ ਕਿ ਸਮਾਂ ਪੂਰਾ ਹੋ ਗਿਆ, ਯਾਨੀ ਇਹ ਜਿਹੜਾ ਸਮਾਂ ਸੀ, ਜਿੰਨਾ ਜ਼ਿੰਦਗੀ ਜੀਣ ਦਾ ਸਮਾਂ ਮਿਲਿਆ ਸੀ, ਇਹ ਹੁਣ ਪੂਰਾ ਹੋ ਗਿਆ, ਹੁਣ ਇਹ ਸਮਾਂ ਖਤਮ ਹੋ ਗਿਆ ਹੈ। ਜੋ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੇ ਪਰਿਵਾਰ ਸਤਸੰਗੀ ਜਨਾਂ ਨੂੰ ਇਹ ਗੱਲ ਆਖਦੇ ਨੇ ਵੀ ਮੇਰਾ ਸਰੀਰਕ ਵਜੂਦ ਜਿਹੜਾ ਵਾ ਇਹ ਅਭੇਦ ਹੋਣ ਦਾ, ਇਹ ਮਿਟਣ ਦਾ ਜਿਹੜਾ ਸਮਾਂ ਹੈ ਇਹ ਕੋਲ ਆ ਗਿਆ ਹੈ। ਅੱਗੇ ਆਖਦੇ ਹਰ ਭਾਣਾ ਗੁਰ ਪਾਇਆ। ਬਾਬਾ ਸੁੰਦਰ ਜੀ ਕਹਿੰਦੇ ਆ ਇਹ ਜਿਹੜੇ ਬਚਨ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕੀਤੇ ਨੇ, ਹਰ ਭਾਣਾ ਗੁਰ ਪਾਇਆ, ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਉਸ ਅਕਾਲ ਪੁਰਖ ਦਾ, ਉਸ ਰੱਬ ਦਾ ਜਿਹੜਾ ਭਾਣਾ ਹੈ ਨਾ ਉਹ ਭਾ ਗਿਆ, ਉਹ ਚੰਗਾ ਲੱਗਾ, ਕਿਉਂਕਿ ਸਾਰੀ ਜ਼ਿੰਦਗੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਉਹਦੇ ਭਾਣੇ ਅਨੁਸਾਰ, ਉਹਦੀ ਰਜ਼ਾ ਦੇ ਅਨੁਸਾਰ ਜੀਵੀ ਆ। ਤੇ ਜਿਹੜਾ ਆਖਰੀ ਸਮਾਂ ਹੈ ਨਾ ਜਿਹਦੇ ਤੋਂ ਦੁਨੀਆ ਡਰਦੀ ਆ, ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਮੈਨੂੰ ਇਹ ਵੀ ਸਮਾਂ ਭਾ ਗਿਆ, ਇਹ ਵੀ ਸਮਾਂ ਜਿਹੜਾ ਹੈ ਇਹ ਮੈਨੂੰ ਚੰਗਾ ਲੱਗਦਾ ਹੈ, ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ੀ। ਤੇ ਜਿਹੜਾ ਮੇਰਾ ਹਰੀ ਪ੍ਰਭੂ ਆ ਨਾ ਉਹ ਇਸ ਵੇਲੇ ਮੈਨੂੰ ਸ਼ਾਬਾਸ਼ ਦੇ ਰਿਹਾ। ਸ਼ਾਬਾਸ਼ ਦੇਣ ਦਾ ਕੀ ਮਤਲਬ ਆ ਕਿ ਇਸ ਵੇਲੇ ਵੀ ਮੇਰੇ ਅੰਦਰ ਵਿਗਾਸ ਹੈ, ਇਸ ਵੇਲੇ ਵੀ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਅੰਦਰ ਇੱਕ ਖੇੜਾ ਹੈ, ਉਹ ਵਾਲਾ ਖੇੜਾ ਜਿਹਨੂੰ ਆਖਿਆ ਜਾਂਦਾ ਨਾਨਕ ਭਗਤਾਂ ਸਦਾ ਵਿਗਾਸ। ਉਹ ਜਿਹੜਾ ਵਿਗਾਸ ਆ ਉਹ ਉਸ ਸ਼ਾਬਾਸ਼ ਦੀ ਗੱਲ ਆ ਜਿਹੜਾ ਇਸ ਵੇਲੇ ਵੀ ਗੁਰੂ ਅਮਰਦਾਸ ਪਾਤਸ਼ਾਹ ਦੇ ਅੰਦਰ ਵਿਗਾਸ ਨਾਲ ਭਰਿਆ ਹੋਇਆ, ਖੇੜੇ ਦੇ ਨਾਲ ਭਰਿਆ ਹੋਇਆ। ਤੇ ਇਹ ਸ਼ਾਬਾਸ਼ ਲੈਣੀ ਕੋਈ ਸੌਖੀ ਨਹੀਂ ਹੈ। ਇਸ ਆਖਰੀ ਸਮੇਂ ਦੀ ਸ਼ਾਬਾਸ਼ ਲੈਣ ਵਾਸਤੇ ਪਹਿਰਾ ਰੱਖਣਾ ਪੈਂਦਾ ਆਪਣੀਆਂ ਅੱਖਾਂ ਤੇ ਸਾਰੀ ਜ਼ਿੰਦਗੀ, ਵੀ ਅੱਖ ਕਿਸੇ ਦਾ ਮੈਲਾ ਨਾ ਵੇਖੇ। ਇਹ ਸ਼ਾਬਾਸ਼ ਲੈਣ ਵਾਸਤੇ ਸਾਰੀ ਜ਼ਿੰਦਗੀ ਆਪਣੇ ਕੰਨਾਂ ਤੇ, ਆਪਣੀ ਜੇਬਾਂ ਤੇ ਪਹਿਰਾ ਰੱਖਣਾ ਪੈਂਦਾ ਵੀ ਨਾ ਮੈਂ ਕਿਸੇ ਨੂੰ ਬੁਰਾ ਬੋਲਣਾ ਹੈ ਤੇ ਨਾ ਮੈਂ ਕਿਸੇ ਦੀ ਨਿੰਦਾ ਸੁਣਨੀ। ਇਹ ਸ਼ਾਬਾਸ਼ ਲੈਣ ਵਾਸਤੇ ਸਾਰੀ ਜ਼ਿੰਦਗੀ ਪਹਿਰਾ ਰੱਖਣਾ ਪੈਂਦਾ ਆਪਣੀ ਸੋਚ ਤੇ, ਵੀ ਜਿਹੜੀ ਮੇਰੀ ਸੋਚ ਹੈ ਨਾ ਇਹ ਸਦਾ ਚੰਗੀ ਰਵੇ। ਤੇ ਜੇ ਮੇਰੀ ਸੋਚ ਸੋਚੇ, ਮੈਂ ਆਪਣੇ ਅੰਦਰ ਵੱਲ ਸੋਚਾਂ, ਮੈਂ ਆਪਣੇ ਅੰਦਰ ਵੇਖਾਂ, ਕਿਤੇ ਮੇਰੇ ਮਨ ਦੇ ਵਿੱਚ ਇਹ ਨਾ ਹੋਵੇ ਵੀ ਜੇ ਕਿਸੇ ਨੂੰ ਕੋਈ ਚੀਜ਼ ਮਿਲ ਗਈ ਤੇ ਕਿਤੇ ਕਸਕ ਰਹਿ ਜੇ, ਇਹਨੂੰ ਕਿਵੇਂ ਮਿਲ ਗਈ। ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਰੱਖਣਾ ਪੈਂਦਾ ਹੈ, ਤਾਂ ਕਰਕੇ ਆਖਰੀ ਸਮੇਂ ਦੇ ਵਿੱਚ ਸ਼ਾਬਾਸ਼ ਮਿਲਦੀ ਹੈ। ਤਾਂ ਆਖਰੀ ਸਮਾਂ ਜਿਹੜਾ ਵਾ ਉਹ ਵਿਗਾਸ ਵਾਲਾ ਤੇ ਉਹ ਖੇੜੇ ਵਾਲਾ ਵਾ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਅੰਦਰ ਆਖਰੀ ਸਮੇਂ ਵੀ ਇੱਕ ਵਿਗਾਸ ਆ, ਇੱਕ ਖੇੜਾ। ਅੱਗੇ ਆਖਦੇ ਭਗਤ ਸਤਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ। ਦੇਖੋ ਇੱਥੇ ਤਿੰਨੇ ਸ਼ਬਦ ਭਗਤ, ਸਤਗੁਰ ਤੇ ਪੁਰਖ, ਇਹ ਤਿੰਨੇ ਸ਼ਬਦ ਇੱਕੋ ਲਾਈਨ ਦੇ ਵਿੱਚ ਇਕੱਠੇ ਆਏ ਵੀ ਉਹੋ ਹੀ ਭੱਜਾ ਨਹੀਂ, ਇਹ ਇੱਕੋ ਹੀ ਅਵਸਥਾ ਹੈ। ਭਗਤ ਕਹਿ ਲੋ, ਸਤਗੁਰ ਕਹਿ ਲੋ, ਉੱਤਮ ਪੁਰਖ ਕਹਿ ਲੋ, ਇਹ ਇੱਕ ਅਵਸਥਾ ਹੈ। ਇਹ ਉਹੋ ਹੀ ਆ, ਉਹੋ ਹੀ ਬੰਦਾ ਉੱਤਮ ਆ ਜਿਹੜਾ ਅਕਾਲ ਪੁਰਖ ਦੇ ਨਾਲ ਅਭੇਦ ਹੋ ਗਿਆ। ਉਹੋ ਹੀ ਸਤਗੁਰ, ਉਹੋ ਹੀ ਭਗਤ ਆ, ਉਹੋ ਹੀ ਉੱਤਮ ਪੁਰਖ ਆ ਜਿਹਨੇ ਉਹਦੇ ਭਾਣੇ ਨੂੰ ਸਮਝ ਲਿਆ ਹੈ ਤੇ ਜਿਹੜਾ ਅਕਾਲ ਪੁਰਖ ਦੀ ਹਰ ਰਜ਼ਾ ਦੇ ਵਿੱਚ ਅਭੇਦ ਆ, ਉਹਨੂੰ ਸਤਗੁਰ ਆਖਿਆ, ਉਹੀ ਭਗਤ ਹੈ। ਇਹ ਸਾਡੀ ਦਸ਼ਾ ਹੈ ਕਿਉਂਕਿ ਅਸੀਂ ਅਭੇਦ ਨਹੀਂ ਆ, ਇਸ ਕਰਕੇ ਅਸੀਂ ਅੱਜ ਤੱਕ ਰੌਲੇ ਪਾਈ ਫਿਰਦੇ ਆ ਨਾਵਾਂ ਤੇ। ਜੇ ਗੁਰੂ ਆਖਣਾ ਹੈ ਕਿ ਭਗਤ ਆਖਣਾ,
जी भगत रविदास आखिए कि गुरु रविदास आखिए, सतगुरु अमरदास आखिए कि गुरु अमरदास आखिए, जदों कि पढ़नी बाणी सी, गुरबाणी पढ़ी नहीं उन्होंने, गुरबाणी पढ़ के जिंदगी नूं सुधारना सी, पर असी नावां दी खाना चंगी चला के बह गए। जी भगत आखना है, सतगुरु आखना है, गुरु आखना है, असी इसे खाना चंगी दे विच अपनी उम्र लंघा दित्ती, जदों कि पढ़नी गुरबाणी सी, पढ़नी उन्हां दे उपदेश सी। अगे आखदे आनंद अनहद वजह वाजे हर आप गल मिलावे। ये गल बड़ी प्यारी और समझण वाली। कहंदे जिन्हां नूं भाणा चंगा लगदा है, जिन्हां नूं ओहदा भाणा भा जांदा है, जिहड़े ओहदी बख्शिश दे पात्र बने रहिंदे ने सारी जिंदगी, उन्हां दे मन दे विच सदा ही जिहड़े अनहद नाद आ ना वो वजदे रहिंदे। अनहद नाद कहंदे, अनहद दा मतलब अनलिमिटेड। जिहड़े अनहद नाद अनहद वाजे उन्हां दे वजदे ने, जिन्हां नूं सारी जिंदगी जिहड़े ओहदे भाणे दे विच ओहदी रज़ा च जी। इत्थे मत कोई समझे भी जोगियां वाले अनहद नाद दी गल। कोई जोगी कहंदे सी सानू 5 शब्द वजदे आ, शैणे सुनदे आ, सानू बंसरी सुनदी आ, ढोलकियां सुनदियां है, नगारे सुनदे आ, ते ओह कहंदे सी सानू चिमटे सुनदे आ। ये 5 जिहड़े ओह कहंदे साडे अंदर वजदे रहिंदे। ते उन्हां दी इस तर्ज ते साडियां भी कई संस्थावां कहंदियां साडे अंदर अनहद नाद वजदे। अनहद नाद ओह सी, अनहद नाद ओहनूं कहा जांदा है जदों अंदर हर वेले ये गल रवे भी झिम झिम वरसै अमृत धारा। केड़ी अमृत धारा? जेड़ी अमृत धारा सानू ये सिखाउंदी है ना कोई तेरा ते ना कोई मेरा। वो अमृत धारा जेड़ी कोई जेड़ी सानू ये सिखाउंदी है कोई उच्चा नहीं कोई नीवा नहीं। जेड़ी अमृत धारा ये सिखाउंदी है मानस की जात सभे एके पहचान, ओनू आखदे ने अनहद नाद। इत्थे ते पता नहीं केड़े केड़े अनहद नाद किहदे किहदे अंदर वजदे आ, सानू ओहदे ते कोई मतलब नहीं। एक धन गुरु अमरदास सच्चे पातशाह दे अंदर वो अनहद नाद जिहड़ा ना वो सारी जिंदगी गूंजदा रहा, जिहदे ते उन्हां ने आप भी पहरा दिता ते सानू भी ये गल सिखाई भी जिहड़ी सारी दुनिया दे विच रब दी जोत ये वेखणी सीखीए। और यही जोत वेखदियां आया उन्हां हुक्म नूं पछाणिया ते आखिरी टाइम भी उन्हां दे अंदर इहो ही शब्द जिहड़ा वो गूंजदा है। तां ही करके तां कोई फर्क नहीं कीता, तां ही करके आख्या तुसीं पुੱਤ भाई परिवार मेरा मन वेखो कर निर्जास। निर्जास का मतलब होंदा नर ना कर। इसे करके उन्होंने सारी संगत नूं सारे परिवार नूं, नहीं तो लोकी कहंदे मेरा परिवार ही कोल होवे, कोई कहंदा कल्ले पोते होण धीआं नूं भी ना सदो, इहो जी भी दुनिया बड़ी हैगी। पर उन्हां सारियां नूं इकट्ठे करके आख्या, कहण लगे क्योंकि वो आप एक सुर होए सी ते उन्हां दे अंदर जिहड़ा वा अनहद नाद वो सदा गूंजदा सी, सारियां नूं एक बराबर देखदे सी। आखन लगे उन्हां सारियां नूं सद के आख्या मेरे बच्चों मेरे सतसंगी जनो तुसी आप निर्णय करो। की निर्णय करो? तुर लिखिया परवाना फिरे नहीं, गुर जाए हर प्रभ पास जियो। ये जड़ा अकाल पुरख दा परवाना है ना, जदों ये परवाना आ गया ना, तुर तो लिखिया हुक्म आ गया, इनू टालिया नहीं जा सकता। ये जड़ा हुक्म आ ये सारियां वास्ते एक बराबर आ। इस हुक्म नू कोई जे आखे भी असी टाल दिता है ते इस हुक्म नू टालिया नहीं जा सकता। जो मर्जी पे कर लो, ये हुक्म सारियां नू मनना ही पैना, क्योंकि असी हुक्म तां नहीं मनदे जेड़ी चीज सानू चंगी नहीं लगदी ओहदे तो सानू खिज चढ़दी, ओनू वेख के असी चिड़चिड़ करदे आ, खिजदे आ। क्योंकि हुण कोई चीज जे मैनू चंगी नहीं लगूगी ते मैं आपे ही कहना भी मेरे लागे ना ना लो, ना ना लो मेरे लागे उस चीज का, मैं आपे ही इन्नी गल कहनी, आपे ही खिजना। और सानू जिहड़ा कुदरती वरतारा वरतदा है इहदे च जन्म ते चंगा लगदा है, पर सानू इहदे च जिहड़ी मौत है सानू वो चंगी नहीं लगदी। सानू इहदे विच असीं पढ़दे आ, बीबियां सिर जोड़ जोड़ के पढ़दियां मेरियां भैणां, जदों धन गुरु अर्जन साहब सच्चे पातशाह दा आउंदा ना शहीदी दिहाड़ा लागे ते भैणां इकट्ठियां होके 40 दिन पढ़दियां बड़ी उच्ची सुर दे विच, तेरा किया मीठा लागे। इनू बड़ी उच्ची सुर च पढ़दी है, तेरा किया मीठा लागे। पर जे किसे भैण दे घर एक बच्ची होवे ते दूजी बच्ची फिर आ जावे ते ओ मत्थे ते वट पै जांदे कि ये ओहदा कीता नहीं है, कि ये ओहदा कीता ये नहीं मिठा लगदा। असी कह दिंदे आ सतगुर सच्चे पातशाह साहब जी ओ बच्चे दी दात दिओ,
बेटे दे पुत्तरां दे दानी असीं कह दिंदे बाबा बुढ़ा साहब जी नूं। जे बाबा बुढ़ा साहब पुत्तरां दे दानी आ ते धीआं दा दानी भी ते कोई होना चाहिदा है ना। वो मिठा नहीं लगदा, वो असीं कह दिंदे आ पढ़दे जरूर आ, तेरा की आ मीठा लगे, पढ़दे आ। पर जे कोई इन्नी गल कह दे भी तुहाडे हल्ली बच्चे कोई बच्ची बच्चा नहीं ते बच्ची ना तो सानू बड़ी, बेटी ना तो सानू बड़ी खिज चढ़। सो ये भी गल्लां आपां नाल नाल सांझियां करनियां। सिर्फ आपां आखिरी समय वाली गल नहीं, असीं अपनी जिंदगी में ते सुधारनी आ ना। सो इन्हां गल्लां नूं भी असीं नाल नाल समझना है भी जे पढ़दे आ तेरा की आ मीठा लागे ते जो कुछ फिर हो रहा है, जे कोई बच्ची नहीं दाज देज लैके आई तो उन्होंने भी मिठा लगा समझो, उन्होंने समझिए भी कोई गल नहीं, फिर की होया, जिन्हें धी देती उन्हें पिछे की रखी। बहुत लोगों च फर्क आया है, पर मैं पूरे समाज की गल कर रही क्योंकि कई जाने भैन भरा होर भी वीडियो सुनते, इस करके आपां जिहड़ी कॉमन समाज दे विच गल जिहड़ियां बुराइयां ने आपां उन्हां दीयां गल्लां करदे। सो खिज जिहड़ी सानू चढ़दी है उदों चढ़दी है जदों असीं ਉਹਦੇ ਹੁਕਮ ਨੂੰ नहीं ਮੰਨਦੇ, ਜਦੋਂ ਅਸੀਂ ਉਹਦਾ ਹੁਕਮ ਸੁਣਨਾ नहीं ਚਾਹੁੰਦੇ, फिर ਅਸੀਂ ਖਿੱਚਦੇ। ਅੱਗੇ ਆਖਦੇ ਬਾਬਾ ਸੁੰਦਰ ਜੀ ਕਹਿੰਦੇ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਕਹਿੰਦੇ ਸਤਿਗੁਰ ਜੀ ਨੇ ਨਾ ਉਹਦਾ ਭਾਣਾ ਮੰਨ ਕੇ ਆਪਣੀ ਮਰਜ਼ੀ ਦੇ ਨਾਲ ਸਾਰੇ ਪਰਿਵਾਰ ਨੂੰ ਸੱਦਾ ਭੇਜਿਆ, ਸਾਰੇ ਸਤ ਸੰਗੀਆਂ ਨੂੰ ਸੱਦਾ ਭੇਜਿਆ। ਹੁਣ ਹਦਾਇਤਾਂ ਕਰਨ ਲੱਗੇ ਆ ਗੁਰੂ ਅਮਰਦਾਸ। ਹੁਣ ਹਦਾਇਤਾਂ ਸੁਣਨੀਆਂ ਆਪਾਂ, ਜਿਹੜੀਆਂ ਹਦਾਇਤਾਂ ਗੁਰੂ ਅਮਰਦਾਸ ਜੀ ਨੇ ਕੀਤੀਆਂ, ਆਪਾਂ ਉਹਨਾਂ ਹਦਾਇਤਾਂ ਨੂੰ ਕਿਵੇਂ ਮੰਨਣਾ ਇਹ ਹੁਣ ਧਿਆਨ ਨਾਲ ਸੁਣ ਲਓ। ਅੱਜ ਵਾਲੀ ਪੌੜੀ 'ਚ ਜਿਹੜੀਆਂ ਹਦਾਇਤਾਂ ਉਹਨੂੰ ਪਹਿਲਾਂ ਸੁਣ ਲਓ। ਆਖਦੇ ਨੇ ਗੁਰੂ ਅਮਰਦਾਸ ਜੀ ਨੇ ਪਰਿਵਾਰ ਨੂੰ ਸੱਦਿਆ ਤੇ ਆਖਿਆ ਮਤ ਮੈਂ ਪਿੱਛੇ ਕੋਈ ਰੋਗ ਸੀ। ਕਹਿਣ ਲੱਗੇ ਮਤ ਦਾ ਮਤਲਬ ਆ, ਕਹਿੰਦੇ ਮਤਾਂ ਕਹਿੰਦੇ ਮੇਰੇ ਸਰੀਰ ਦੇ ਬਿਨਸ ਜਾਣ ਤੋਂ ਬਾਅਦ ਮਤਾਂ ਕੋਈ ਰੋਵੇ ਨਾ ਕੋਈ ਵੀ। ਹੁਣ ਇੱਥੇ ਆਪਾਂ ਨਾ ਪਹਿਲਾਂ ਇੱਕ ਰੋਣ ਦਾ ਮਤਲਬ ਸਮਝਣਾ ਵੀ ਰੋਣਾ ਕਿਹਨੂੰ ਕਹਿੰਦੇ। ਜਿਹੜਾ ਆਪਾਂ ਪਿੱਛੋਂ ਕਹਿੰਦੇ ਆ ਜੀ ਰੋਣਾ ਨਹੀਂ ਚਾਹੀਦਾ, ਬਿਲਕੁਲ ਨਹੀਂ ਰੋਣਾ ਚਾਹੀਦਾ, ਇੱਥੇ ਕਿਹੜੇ ਰੋਣ ਦੀ ਗੱਲ ਆ, ਮੈਂ ਉਹ ਇੱਕ ਸਪਸ਼ਟ ਕਰ ਦੇਣਾ ਚਾਹੁੰਦੀ। ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਆ ਅਲਾਣੀਆਂ ਬਾਣੀ ਦੇ ਵਿੱਚ ਬੜੀ ਵਿਰਾਗਮਈ ਬਾਣੀ ਹੈ, ਉਹ ਬੜੇ ਪਿਆਰ ਨਾਲ ਪੜ੍ਹਨ ਵਾਲੀ ਬਾਣੀ ਹੈ। ਉਸ ਬਾਣੀ ਦੇ ਵਿੱਚ ਨਾ ਜਿਹੜਾ ਰੋਣਾ ਨਾ ਇੱਕ ਪਦਾਰਥਕ ਰੋਣੇ ਬਾਰੇ ਵੀ ਲਿਖਿਆ। ਉਹਦੇ ਲਿਖਿਆ ਵਾ ਲੇਵੇ ਕਾਰਨ ਬਾਬਾ ਰੋਈਏ ਰੋਵਣ ਸਗਲ ਵਿਕਾਰ। ਵੀ ਜਦੋਂ ਧਨ ਪਦਾਰਥ ਜਾਂਦੇ ਆ ਸੰਸਾਰ ਦਾ, ਜਿਹੜੇ ਅਸੀਂ ਭਰਮਾਂ ਦੇ ਬੰਧਨ ਪਾਏ ਆ, ਮੋਹ ਟੁੱਟਦਾ ਏ ਤੇ ਫਿਰ ਵੀ ਰੋਣਾ ਆਉਂਦਾ। ਕਹਿੰਦੇ ਭਰਮ ਮੋਹ ਕੇ ਬਾਂਧੇ ਬੰਧ ਸੁਪਨ ਭਇਆ ਪਖਲਾਏ ਅੰਧ। ਉਹ ਕਹਿੰਦੇ ਜਦੋਂ ਭਰਮਾਂ ਦਾ ਮੋਹ ਟੁੱਟਦਾ ਹੈ ਨਾ, ਭਰਮਾਂ ਦਾ ਜਾਲ ਟੁੱਟਦਾ ਹੈ ਤੇ ਬੰਦਾ ਉਦੋਂ ਵੀ ਰੋਂਦਾ ਹੈ। ਹੁਣ ਕਈ ਜਾਣੇ ਕਹਿੰਦੇ ਨੇ, मैं इत्थे पहलों माफी मंग लवां, कई जने कहते जी मेरे माता पिता चले गए असीं नहीं रोए, उहदा भाणा सी। मैनूं ये गल बड़ी अजीब लगदी है। मैं इस गल नूं, मैनूं ठीक आ उन्हां दी अवस्था होएगी, पर यह गल है अजीब। तुसीं देखो किसी चीज़ दे चले जाण नाल उस चीज़ दा दर्द होना, वो चीज़ दा एक दर्द होना ते एक दिखावा करना, ये दोवें अलग अलग चीज़ां। हुण कई दिखावा करते ने, वो कहते ने भी असीं नहीं जी रोंदे, सानू नहीं कोई रोना। हुण कई अंदर ही अंदर घुट के बह जाते हैं, बाहरों तो नहीं रोंदे पर अंदरों जिहड़ा वा वो घुट के बह जाते हैं। ते कई बार अंदर कोई बीमारी भी ला के बह जाती, कईयां नूं कोई बीमारी भी लग जाती। रोना पता किन्नू क्या है, इत्थे रोना क्या है, ਜਿਹੜਾ ਅਕਾਲ ਪੁਰਖ ਦੇ ਹੁਕਮ ਨੂੰ ਨਹੀਂ ਨਾ ਮੰਨਣਾ, ਉਹਨੂੰ ਲਾਂਭਾ ਦੇਣ ਵੀ ਰੱਬਾ ਤੂੰ ਕੀ ਕੀਤਾ, ਤੈਨੂੰ ਪਤਾ ਨਹੀਂ ਸੀ, ਉਹਨਾਂ ਗਿਲੇ ਸ਼ਿਕਵੇ ਕਰਨੇ, ਉਸ ਰੋਣ ਦੀ ਗੱਲ ਹੈ। ਪਰ ਕਿਸੇ ਆਪਣੇ ਪਿਆਰੇ ਦੇ ਜਾਣ ਨਾਲ ਅੱਖਾਂ ਛਲਕ ਜਾਣੀਆਂ, ਇਹਨੂੰ ਰੋਣਾ ਨਹੀਂ ਆਖਿਆ ਜਾਂਦਾ। ਇਹ ਇੱਕ ਸੁਭਾਵਕ ਕਿਰਿਆ ਹੈ। ਇਹ ਕਿਸੇ ਦੇ ਸਾਨੂੰ ਵੈਸੇ ਹੀ ਕਿਸੇ ਦੀ ਯਾਦ ਆ ਜਾਵੇ ਨਾ ਕਈ ਵਾਰੀ ਤੇ ਸਾਡੀਆਂ ਅੱਖਾਂ ਦੇ ਵਿੱਚੋਂ ਕਈ ਵਾਰੀ ਪਾਣੀ ਆ ਜਾਂਦਾ। ਇਹ ਇੱਕ ਸੁਭਾਵਕ ਕਿਰਿਆ ਔਰ ਇਹ ਹੁੰਦੀ ਹੈ, ਇਹ ਮਨੁੱਖ ਦੇ ਅੰਦਰ ਹੈ। ਜਿਵੇਂ ਅਸੀਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਸ਼ਹਾਦਤ ਦੀ, ਜਾਂ ਅਸੀਂ ਸ਼ਹੀਦਾਂ ਸਿੰਘਾਂ ਦੀਆਂ ਗੱਲਾਂ ਕਰਦੇ ਹਾਂ, ਜਦੋਂ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਜਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਨਾ, ਅਸੀਂ ਜਜ਼ਬਾਤੀ ਹੋ ਜਾਂਦੇ ਹਾਂ। ਸਾਡੇ ਜਜ਼ਬਾਤ ਜਿਹੜੇ ਉਹ ਛਲਕ ਪੈਂਦੇ ਤੇ ਉਹ ਜਿਹੜੇ ਜਜ਼ਬਾਤ ਨੇ ਉਹ ਸਾਡੇ ਅੱਖਾਂ ਰਾਹੀਂ ਛਲਕ ਪੈਂਦੇ।
ये एक सुभावक क्रिया, इनू तुसी रोना नहीं कह सकते। ये एक सुच्चा वैराग है, ये वो सुच्चा वैराग है जिहड़ा मनुख दे अंदर होना बड़ा जरूरी है। जिहड़ी उंज चीकां मारनियां ना भी मैनू वैराग आ गया, वो वैराग दा ते पता नहीं। पर जिहड़े इस तरह शहीदां दियां कोई सुन के जां किसे नाल वैसे कोई घटना वापर जावे, कोई मंदभागी घटना वापर गई ते वो घटना वापरे, वो सुन के साडा दिल पसीज जावे अंदरों, ये एक सुभावक क्रिया, इनू रोना नहीं आख्या। ये और ये जिहड़ी सुभावक क्रिया वा, ये मनुखता दे अंदर ये जिउंदी रहनी बड़ी जरूरी है। जे ये ना जिउंदी रहे तो फिर तो असीं पत्थर हो जाएंगे, फिर तो असीं इंसान ना होए, फिर तो असीं पत्थर हैं। तो जिहड़ी ये गल कहनी ना भी मेरा माँ प्यो भी चला गया जी, असीं रोए नहीं, पता नहीं उन्हां दा कैसा प्यार आ अपने माँ बाप दे नाल, कैसा नहीं। मैं तो ये कहनी हुंदी आ भी जिन्नी देर तक असीं आ, माता पिता सदा नाल ही है। कई बारी गल करके जिहड़ा मन आ वो इस तरह का भर जाता है, बंदा कंट्रोल चाह के भी कई बारी कंट्रोल नहीं कर सकता। वो एक सुभावक क्रिया, अख दा छलक जाना, वो एक प्यार है, वो एक सुच्चा प्यार है। उन्होंने कोई मत समझे कि वो रोना। इत्थे जिस रोण की गल की गई आ, सच्चे पातशाह ने जिहड़ा आख्या मत मैं पिछे कोई रोग सी, वो पता केड़ा रोना है। गरुड़ पुराण दे विच ये गल लिखी गई आ कि जिस वेले कोई प्राणी चढ़ाई कर जाए ते जदों उहनूं शमशान घाट दे विच लैके जाओ ते शमशान घाट दे जदों अध तक पहुंचो ते एक जिहड़ा उहदा पुत्तर आ वो जोर दी धाह मारे, जोर दी धाह मार के रोवे, कीरने पावे, उच्ची चीक मारे। धाह मारदा मरना उच्ची चीक मार के रोवे। वो इस करके रोवे कि जिहड़ी आत्मा इहदे लई घुमदी फिरदी आ, इहदी आत्मा डर जावे कि मता किते मम्मी ते डैडी वापस ना आ जाण। ये गरुड़ पुराण च लिखिआ। उस गल नूं सच्चे पातशाह ने आख्या है, मत मैं पिछे कोई रोग सी सो मैं मूल ना पाया, भी मेरे मगरों ना कीरने पाने आ, ना वैण पाने आ, ना धाहां मारनियां है, ना उच्ची चीकां मार के रोना है। पर जदों कोई प्यारा संबंध जांदा है, कोई टुटदा है ते अख दा छलक जाना, ये सुभावक क्रिया, इनू मत कोई रोना समझे। इत्थे जिस रोण की गल आखे जी, बाबा जी ने आख्या मत मैं पिछे कोई रोग सी, वो भलिओ पहलों पढ़ तां लो किहड़े रोने की गल आखी है। सच्चे पातशाह ने इत्थे जिहड़ा गरुड़ पुराण दे विच रोना आख्या है, कीरने पाउणे, धाहां मारनियां, वैण पाउणे, वो सच्चे पातशाह ने आख्या भी वो ना मेरे पिछों कोई करिओ, उन्हां नूं करन दी लोड़ नहीं। पर जिन्हां दा पिता, जिन्हां दा गुरु प्यारा, जिन्हां दा सतगुर साहिब जांदा है, वो फिर याद तां पिछे बंदे नूं अज भी असीं याद करके कई वारी अख भारे हुंदी है, वो गल वखरी। अगे आखदे मित पैजे मित बिगसै, जिस मित की पैज भावे। हुण देखो आपां पढ़दे हां, संत मुए क्या रोइए जो अपने गृह जाए। हुण जदों कोई चढ़दी कला वाली आत्मा, जदों कोई वो संसार तो जांदी है ते उन्होंने असीं ये ना समझिए भी ये रब दे बंदे संसार तो चले गए आ, बल्कि उन्हां दीयां सिक्ख्यावां, उन्होंने जो जिंदगी जीण लई सानूं उपदेश दित्ते आ, उन्हां उपदेशां दे नाल वो सदा ही जीउंदे। उन्हां नूं असीं काहदा रोना, वो सदा ही जीउंदे रहिंदे ने। उन्हां उपदेशां तो सिक्ख्या लैके असीं अपणियां जिंदगियां जीउणियां। हुण मित पैजे, कहंदे जे हुण कोई मित्र प्यारा किसे काम करके उहदी चढ़ाई होवे ते उहनूं कोई अगे कोई सन्मान मिले ते जिहड़ा दूसरा मित्र आ ना, ओहदा दोस्त जिहड़ा खुश हुंदा भी मेरे दोस्त नूं सन्मान मिलिआ। इत्थे वो गल बाबा सुंदर जी ने आखी आ, कहंदे भी जो गुरु अमरदास जी कहंदे भी जदों हुण मैनूं तां अगले पासे सन्मान मिल रिहा ते ये सन्मान मिल जा भी मैं अपने कीते हुए जिहड़े उपदेश आ, जिहड़े हुक्म सी गुरु दे, उन्हां हुक्मां दे अनुसार पूरा उतर के जा रहा वां। ते इस करके ये एक खुशी की गल आ भी मैं सारी जिंदगी उन्हां हुक्मां दी उल्लंघना नहीं कीती। ते ये सोच के जिहड़े मेरे साख संबंधी जिहड़े मेरे मित्र प्यारे आ, उन्हां नूं खुश होना चाहिए भी यदि अंतले समय तक पूरी निभी आ, जिन्हों आख्या जाता सेवक की ओढ़क निभी प्रीत, अंत समय तक जिहड़ी प्रीत आ वो निभी। कहंदे तुसीं विचार देखो पुत भाई, हर सतगुरु पहनावे। हे मेरे पुत्रो, मेरे सत संगियो, तुसीं विचार करके देखो भी वाहिगुरु ने, उस सतगुर ने, उस अकाल पुरख ने इन्ना वड्डा सन्मान दिता है, इन्ना वड्डा सन्मान दिता है भी मेरी अंत तक निभी आ।
ਤੇ ਇਹ ਉਹ ਸਨਮਾਨ ਆ ਜਿਹੜਾ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਹਰ ਨਾਨਕ ਪ੍ਰਗਟ ਪਹਾਰੇ, ਜਿਹਦੇ ਕਰਕੇ ਅਸੀਂ ਆਖਦੇ ਹਾਂ ਕਿ ਅਸਲ ਸਿਰੋਪਾ ਜਿਹੜਾ ਸਾਨੂੰ ਆ ਨਾ ਉਹ ਇਹ ਆ ਕਿ ਸਾਡੀ ਅੰਤਲੇ ਸਮੇਂ ਤੱਕ ਗੁਣਾਂ ਦੇ ਨਾਲ ਨਿਭ ਜਾਵੇ। ਤੇ ਇੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਆਖਰ ਸਮੇਂ ਤੱਕ ਵੀ ਗੁਣਾਂ ਦੇ ਨਾਲ ਨਿਭੀ। ਅੱਗੇ ਆਖਦੇ ਸਤਿਗੁਰ ਪ੍ਰਤੱਖ ਹੁੰਦੇ ਵੈ ਰਾਜ ਆਪ ਟਿਕਾਏ। ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਪਹਿਲੋਂ ਰੀਤ ਚੱਲਦੀ ਆਉਂਦੀ ਸੀ, ਉਸ ਰੀਤ ਦੇ ਮੁਤਾਬਕ ਆਪਣੇ ਪੂਰੇ ਹੋਸ਼ੋ ਹਵਾਸ ਕਾਇਮ ਰਹਿੰਦੇ ਆ, ਸਾਰਾ ਕੁਝ ਕਰਦੇ ਆ। ਇਹ ਗੱਲ ਜਿਹੜਾ ਰੱਬੀ ਅਬਚਲ ਰਾਜ ਸੀ ਉਹਨੂੰ ਕਾਇਮ ਕਰਦਿਆਂ ਹੋਇਆਂ ਸਭ ਸਿੱਖ ਬੰਧਕ ਪੁੱਤ ਭਾਈ ਰਾਮਦਾਸ ਪੈਰੀ ਪਾਏ। ਤੇ ਇਹ ਸਾਰਿਆਂ ਨੂੰ ਇਹ ਹੁਕਮ ਕੀਤਾ, ਇਹ ਆਗਿਆ ਕੀਤੀ ਵੀ ਅੱਜ ਤੋਂ ਬਾਅਦ ਜੋਤ ਜੁਗਤ ਦੇ ਵਾਰਿਸ, ਇਸ ਨਰੰਜਨੀ ਛਤਰ ਨਰੰਜਨੀ ਤਖਤ ਦੇ ਜਿਹੜੇ ਵਾਰਿਸ ਆ ਉਹ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ, ਉਹਨਾਂ ਨੂੰ ਇਸ ਨਾਂ ਦੇ ਨਾਲ ਨਵਾਜ ਕੇ ਵੀ ਭਾਈ ਜੇਠਾ ਜੀ ਹੋਣਗੇ ਅੱਜ ਤੋਂ ਜੋਤ ਤੇ ਜੁਗਤ ਦੇ ਵਾਰਿਸ। ਤੇ ਸਾਰਿਆਂ ਨੇ ਇਸ ਗੱਲ ਨੂੰ, ਇਸ ਆਗਿਆ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਹੈ ਤੇ ਇਹਨਾਂ ਨੂੰ ਜੋਤ ਔਰ ਜੁਗਤ ਦੇ ਜਿਹੜੇ ਵਾਰਿਸ ਆ ਉਹ ਮੰਨਣਾ ਹੈ। ਇਸੇ ਚੀਜ਼ ਨੂੰ ਜਿਹੜਾ ਆਪਾਂ ਵਿਚਾਰ ਕੇ ਆਏ ਆ, ਉਹ ਲਿਖਿਆ ਹੈ ਵੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਵੀ ਉਹਨਾਂ ਨੂੰ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਪ ਸਵਾਰਿਆ, ਆਪ ਉਹਨਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਜਿਹੜੀ ਜੁਗਤ ਤੇ ਜੋਤ ਦੇ ਵਾਰਿਸ ਆਪ ਬਣਾਇਆ। ਇਹ ਤੀਜੀ ਤੇ ਚੌਥੀ ਪੌੜੀ ਦੀ ਵਿਚਾਰ ਅਗਲੇ ਹਫ਼ਤੇ ਆਪਾਂ ਅਗਲੀਆਂ ਪੌੜੀਆਂ ਦੀ ਵਿਚਾਰ ਕਰਾਂਗੇ। ਪਰ ਇੱਕ ਗੱਲ ਇੱਥੇ ਮੈਂ ਜ਼ਰੂਰ ਸਾਂਝੀ ਕਰਾਂ ਵੀ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ। ਹੁਣ ਗੁਰੂ ਦੀ ਇੱਕ ਸਿੱਖਿਆ ਜਿਹੜੀ ਆ ਨਾ ਉਹ ਜੀਵਨ ਤਬਦੀਲ ਕਰ ਦਿੰਦੀ ਹੈ। ਅਸੀਂ ਸਾਰੀ ਜ਼ਿੰਦਗੀ ਗੁਰੂ ਦੀਆਂ ਕਿੰਨੀਆਂ ਸਿੱਖਿਆਵਾਂ ਸੁਣਦੇ ਹਾਂ, ਪਰ ਸਾਡਾ ਜੀਵਨ ਤਬਦੀਲ ਹੋਇਆ ਜਾਂ ਨਹੀਂ, ਇਹ ਅਸੀਂ ਆਪਣੇ ਅੰਦਰ ਝਾਤੀ ਪਾ ਕੇ ਅਸੀਂ ਆਪ ਦੇਖਣਾ। ਇੱਕ ਆਦਮੀ ਨੇ ਇੱਕ ਪਰਿੰਦਾ ਲਿਆਂਦਾ। ਪਰਿੰਦਾ ਸੀ ਉਹ ਬੋਲਣ ਵਾਲਾ। ਜਿਸ ਵੇਲੇ ਉਹਨੇ ਉਹ ਲਿਆਂਦਾ ਤੇ ਉਹ ਪਰਿੰਦਾ ਨੂੰ ਕਹਿੰਦਾ ਵੀ ਤੂੰ ਮੇਰਾ ਪਿੰਜਰਾ ਖੋਲ ਦੇ, ਮੈਨੂੰ ਆਜ਼ਾਦ ਕਰ ਦੇ, ਮੈਂ ਤੈਨੂੰ 3 ਗੁਰ ਜ਼ਿੰਦਗੀ ਦੇ ਐਸੇ ਦੱਸ ਕੇ ਜਾਵਾਂਗਾ ਵੀ ਤੂੰ ਉਹਨਾਂ ਗੁਰਾਂ ਦੇ ਨਾਲ ਸਾਰੀ ਜ਼ਿੰਦਗੀ ਤੇਰੀ ਜਿਹੜੀ ਆ ਨਾ ਉਹ ਵਧੀਆ ਲੰਘੀ। ਉਹ ਕਹਿੰਦਾ ਠੀਕ ਹੈ, ਪਰ ਕਹਿੰਦਾ ਇੱਕ ਸ਼ਰਤ ਆ ਮੇਰੀ, ਪਹਿਲਾ ਗੁਰ ਮੈਂ ਤੈਨੂੰ ਉਦੋਂ ਦੱਸੂਗਾ ਜਦੋਂ ਤੂੰ ਪਿੰਜਰਾ ਖੋਲੇਗਾ ਤੇ ਮੈਂ ਉੱਡਣ ਲੱਗੂਗੀ। ਦੂਜਾ ਗੁਰ ਉਦੋਂ ਦੱਸੂਗਾ ਜਦੋਂ ਮੈਂ ਉੱਪਰ ਜਾ ਕੇ ਟਾਹਣੀ ਤੇ ਬਹਿ ਜੂ। ਤੇ ਤੀਸਰਾ ਜਿਹੜਾ ਮੰਤਰ ਆ, ਤੀਸਰਾ ਗੁਰ ਮੈਂ ਤੈਨੂੰ ਉਦੋਂ ਦੱਸੂਗਾ ਜਦੋਂ ਮੈਂ ਪੂਰਾ ਸਿਖਰ ਤੇ ਉੱਡ ਜਾਵਾਂ। ਉਹ ਕਹਿੰਦਾ ਠੀਕ। ਉਹਨੇ ਇਹਨੂੰ ਕਿਹਾ, ਪਿੰਜਰਾ ਖੋਲ ਦਿੱਤਾ। ਪਿੰਜਰਾ ਖੋਲਿਆ ਤੇ ਪਰਿੰਦਾ ਬੋਲਿਆ। ਪਰਿੰਦਾ ਕਹਿਣ ਲੱਗਾ ਵੀ ਪਹਿਲਾ ਗੁਰ ਮੰਤਰ ਇਹ ਆ ਵੀ ਕਦੇ ਵੀ ਆਪਣੇ ਪਹਿਲੇ ਕੀਤੇ ਤੇ ਜਿਹੜਾ ਅਸੀਂ ਪਛਤਾਤਾਪ ਕਰਦੇ, ਹਰ ਵੇਲੇ ਪਛਤਾਉਂਦੇ ਰਹਿੰਦੇ ਆ ਵੀ ਇਹ ਨਾ ਮੈਂ ਕਰਦਾ, ਇੰਜ ਨਹੀਂ ਸੀ ਕਰਨਾ ਚਾਹੀਦਾ, ਇੰਜ ਨਹੀਂ ਸੀ ਹੋਣਾ ਚਾਹੀਦਾ। ਪਛਤਾਤਾਪ ਨਹੀਂ ਕਰਨਾ, ਉਹਦੇ ਤੋਂ ਸਿੱਖਿਆ ਲੈਣੀ। ਇਹ ਨਹੀਂ ਵੀ ਹਰ ਵੇਲੇ ਰੋਂਦੇ ਰਹਿਣਾ ਵੀ ਨਹੀਂ ਜੀ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ, ਇੰਜ ਨਹੀਂ ਹੋਣਾ ਚਾਹੀਦਾ ਸੀ। ਸਗੋਂ ਉਹਦੇ ਤੋਂ ਸਿੱਖਿਆ ਲੈਣੀ ਆ ਤੇ ਅੱਗੋਂ ਵਾਸਤੇ ਆਪਣਾ ਜੀਵਨ ਜਿਹੜਾ ਉਹ ਸੁਧਾਰ। ਤੇ ਕਹਿੰਦਾ ਦੂਸਰਾ ਜਿਹੜਾ ਮੈਂ ਤੈਨੂੰ ਸਬਕ ਦਿੰਦਾ ਹੈ, ਦੂਸਰਾ ਜਿਹੜਾ ਗੁਰਮੰਤਰ ਹੈ, ਉਹ ਜਦੋਂ ਟਾਹਣੀ ਤੇ ਬਹਿ ਗਿਆ ਉਹ ਕਹਿੰਦਾ ਵੀ ਕਦੇ ਵੀ ਐਸੀ ਗੱਲ ਤੇ ਭਰੋਸਾ ਨਹੀਂ ਕਰਨਾ ਜਿਹੜੀ ਹੋ ਨਾ ਸਕਦੀ ਹੋ, ਜਿਹੜੀ ਅਸੰਭਵ ਹੋ। ਇੰਨੀ ਗੱਲ ਕਹੀ, ਇਹ ਉਪਦੇਸ਼ ਦਿੱਤੇ ਤੇ ਪਰਿੰਦਾ ਨਾਲ ਟਾਹਣੀ ਤੇ ਬੈਠਾ ਹੱਸਣ ਲੱਗ ਪਿਆ। ਉਹ ਕਹਿੰਦਾ ਬੰਦੇ ਨੂੰ, ਕਹਿੰਦਾ ਮੈਂ ਤੈਨੂੰ ਵੈਸੇ ਸਿਆਣਾ ਸਮਝਦਾ ਸੀ, ਪਰ ਕਹਿੰਦਾ ਤੂੰ ਸਿਆਣਾ ਨਹੀਂ, ਤੂੰ ਮਹਾਮੂਰਖ ਆ। ਕਹਿੰਦਾ ਮਹਾਮੂਰਖ ਕਿਉਂ? ਕਹਿੰਦਾ ਵੀ ਮੇਰੇ ਪੇਟ ਦੇ ਵਿੱਚ ਤਾਂ ਬੜੇ ਕੀਮਤੀ ਹੀਰੇ ਆ। ਹੁਣ ਜੇ ਤੂੰ ਮੇਰੀ ਗੱਲ ਤੇ ਵਿਸ਼ਵਾਸ ਨਾ ਕਰਦਾ, ਤੂੰ ਮੈਨੂੰ ਕੱਟ ਲੈਂਦਾ ਤੇ ਮੈਨੂੰ ਕੱਟ ਕੇ ਉਹ ਹੀਰੇ ਤੂੰ ਵੇਚ ਦਿੰਦਾ, ਸਾਰੀ ਜ਼ਿੰਦਗੀ ਤੇਰੀ ਵਧੀਆ ਆਲੀਸ਼ਾਨ ਨਿਕਲਣੀ ਸੀ। ਉਹ ਬੰਦਾ ਸਿਰ ਫੜ ਕੇ ਬਹਿ ਗਿਆ। ਉਹ ਕਹਿੰਦਾ ਉਹ ਗਲਤੀ ਹੋ ਗਈ। ਇਹ ਤਾਂ ਕਹਿੰਦਾ ਮੈਂ ਬਹੁਤ ਵੱਡੀ ਗਲਤੀ ਕਰ ਲਈ ਵੀ ਮੈਂ ਤਾਂ ਵਾਕਿਆ ਹੀ ਤੇਰੇ ਪਿੱਛੇ ਲੱਗ ਗਿਆ, ਮੈਨੂੰ ਲੱਗਣਾ ਨਹੀਂ ਸੀ ਚਾਹੀਦਾ, ਉਹ ਹੀਰੇ ਕੱਢ ਲੈਣੇ ਚਾਹੀਦੇ ਸੀ। ਉਹ ਕਹਿਣ ਲੱਗਾ ਚੱਲ ਕੋਈ ਨਹੀਂ, ਹੁਣ ਤੀਜਾ ਮੰਤਰ ਦੇ ਦੇ। ਉਹ ਕਹਿੰਦਾ ਤੂੰ ਕਾਬਲ ਹੀ ਨਹੀਂ ਤੀਜਾ ਮੰਤਰ ਲੈਣ ਦੇ।
तू काबल नहीं। कहंदा क्यों? कहंदा तू तो मेरा पहला ही गुरमंत्र याद नहीं रखिया भी। वो कहंदा भी कीते ते पछताउणा नहीं, सगों सिक्ख्या लैण तू तो पछताई जाना है, तू तो पछताचार च बह गया। ते दूसरा कहंदा मैं तेनों कहा भी असंभव गल ते भरोसा नहीं करना। कहंदा एडा कि मेरा पेट आ, दस इहदे च हीरे हो सकदे आ? ये असंभव गल आ। तू इन्हां दो गल्लां नूं ते कहंदा तू मन्निया नहीं, ते अगला कहंदा मंत्र तू लैण दे काबल। वो कहंदा चल फिर भी मैं तेनों कहंदा उपदेश दे देना तीसरा सबक। कहंदा तीसरा सबक यह आ, जो भी ज्ञान तुहाडे कोल है, जो भी सिक्ख्या तुहाडे कोल है, उस ज्ञान नूं, उस सिक्ख्या नूं अपने आप ते लागू करो, अपने आप ते अप्लाई करो। जे वो ज्ञान ते वो सिक्ख्या असी अपने आप ते लागू नहीं ना कीती ते सारी जिंदगी जिन्ने मर्जी उपदेश, जिन्ने मर्जी सबक लेंदे रहिए, किसे काम नहीं। दो चीज़ां है, एक चीज़ है श्रृंगार, एक चीज़ है ज्ञान। श्रृंगार भी किसी काम का नहीं, भावें लखां दा श्रृंगार लिया के घर रख लो, किसी काम का नहीं जे वो श्रृंगार चेहरे ते ला के उनका असी कोई फायदा ना ले, जां जेड़ा भी श्रृंगार जिस चीज़ वास्ते लियांदा जे श्रृंगार कीता ही ना उहदे पए दा फायदा कोई। दूसरा है ज्ञान। जिन्नी देर तक ज्ञान नूं अपने आप ते लागू नहीं ना कीता ते अपना जीवन नहीं बदलाया, जिन्ना मर्जी दुनिया का ज्ञान हासिल कर लो, जिन्नियां मर्जी किताबां पढ़ लो, पर जे उस ज्ञान दे नाल असी कोई सिक्ख्या लैके अपना जीवन ही नहीं बदलिया, फिर कोई फायदा नहीं। जिन्नी देर तक कहंदे मत विच रतन जवाहर मानक, जे एक गुर की सिख सुनी, एक सिक्ख्या लैके साडी जिंदगी इहो जी बदल जाती है। पर गल तां बनूगी जे सिख सुनी, जे असीं उस सिख नूं सुणदे हां ते सुन के मनदे हां ते मन के अपने ते अप्लाई करदे हां। धन गुरु अमरदास सच्चे पातशाह दी सिक्ख्या सुणदे ही, इस सिक्ख्या नूं सुण के जे अपने आप ते अप्लाई ना कीता, अपने परिवारां दे विच सिक्ख्या सांझी ना कीती, ते फिर भावें आपां जिन्नी मर्जी सिक्ख्या होर लई जाइए, कोई फायदा नहीं। जे फिर भी असी कर्म कांडां च पे रहीए जी, भांडा भन्नना है, बिस्तरा देना है, भांडे देने आ, कपड़े देने आ, दीवा जगाउणा है, सारा कुछ करना है, हुक्म आ रहत मर्यादा च भी अंगीठा कट्ठा सांभना है, ते असी की करदे आ, सवाह वखरी, हड्डियां वखरियां, वो किते लैके तुरे फिरदे। हरिद्वार लै जाओ चाहे कीरतपुर लै जाओ, गल इक्को ही हैगा कर्म कांड, ये कर्म कांड जिथे मर्जी लै जाओ। जे सिक्ख्या सुन के भी असी ना मन्नी ते फिर साडा भी उस बंदे वाला हाल है कि जिन्ना मर्जी ज्ञान ले लीए, असी काबल नहीं फिर ज्ञान होर लैण दे, जे असी ज्ञान लै लैके उस ज्ञान नूं अपने ते लागू नहीं करते। सो कोशिश करिए जिन्ना भी ज्ञान जां जिन्नी भी गुरबाणी पढ़दे आ, जो भी सिक्ख्या लैने आ, उस सिक्ख्या नूं हौली हौली करके अपने ते लागू करिए ते अंत समय जिहड़ी शाबाश आ सानू भी किते वो शाबाश मिले। किते ये ना होवे भी एवें चिमटे छैणे असी अनहद नाद समझते रहिए भी साडे अंदर वजदे आ ते चिमटे छैणे तां अनहद नाद होर वजना सी ते असी होर कोई अनहद नाद वजाई फिरीए। वो अनहद नाद वजना सी, वो शाबाश मिलनी सी जदों अखां ते माड़ी सोच ते इस कन्ना ते इस जिह्वा ते पहरा लाउणा सी कि असी अपने शरीर दे अंगां नाल कुछ माड़ा नहीं करना। ये पहरा लावांगे तो अंदर विकास होएगा, जिहड़ा अंदर विकास आ उही सतगुरु वालों शाबाश। ते कोशिश करिए सिक्ख्या लैके उस सिक्ख्या ते तुर के सतगुरु दी शाबाश लैण दी कोशिश करिए भी किते सतगुरु साहब जी सानू भी कह देन कि शाबाश, किते साडा भी अंदर विकास दे नाम भर जाए। बस इन्नियां बेनतियां प्रवान होइयां, अनेकां भुल्लां चुक्कां दी खिमा। आओ जी फतेह दे नाल सांझ पाइए। सारे आखो जी वाहिगुरू जी का खालसा, वाहिगुरू जी की फतेह। फतेह जी फतेह।